प्यारे बच्चों, असी अपना जिहड़ा चैप्टर त्रिभुजां दी सर्वसमता कर रहे सी, जिस दे विच असी कहा सी कि दो सर्वांग सम त्रिभुजां दे 6 संगत भाग जिहड़े हैगे आ वो बराबर हुंदे हन। 6 संगत भाग किहड़े हुंदे हन? तुहानूं पता है कि मेरी एक त्रिभुज ABC ते DEF अगर ये सर्वांग सम हन तो ये 6 संगत भाग जिहड़े हन वो बराबर होणगे। ਅਸੀਂ ਲਿਖਦੇ ਕਿਵੇਂ ਹਾਂ ਵੀ त्रिभुज ABC ਸਰਵਾਂਗ ਸਮ। ਇਹ ਜਿਹੜਾ ਚਿੰਨ੍ਹ ਹੈ ਇਹ ਕਿਸ ਦਾ ਚਿੰਨ੍ਹ ਹੈ? ਸਰਵਾਂਗ ਸਮਤਾ ਦਾ ਚਿੰਨ੍ਹ ਹੈ। त्रिभुज DEF ਹੈ ਤਾਂ ਇਸ ਦੇ ਜਿਹੜੇ 6 ਸੰਗਤ ਭਾਗ ਹਨ ਉਹ ਕੀ ਹੋਣਗੇ? ਬਰਾਬਰ ਹੋਣਗੇ। ਕਿਹੜੇ ਕਿਹੜੇ? AB ਜਿਹੜੀ ਭੁਜਾ ਹੈ ਉਹ DE ਦੇ ਬਰਾਬਰ ਹੋਏਗੀ। BC ਜਿਹੜੀ ਭੁਜਾ ਹੈ ਉਹ EF ਦੇ ਬਰਾਬਰ ਹੋਏਗੀ। AC ਜਿਹੜੀ ਭੁਜਾ ਹੈ ਉਹ DF ਦੇ ਬਰਾਬਰ ਹੋਏਗੀ। ਇਸੇ ਤਰ੍ਹਾਂ कौन A है जिहड़ा वो कौन D ਦੇ बराबर होएगा, कौन B है जिहड़ा वो E ਦੇ बराबर होएगा, कौन C है जिहड़ा F ਦੇ। यानी कि अगर दो त्रिभुजां सर्वांग सम ਹੁੰਦੀਆਂ ਹਨ ਤਾਂ ਉਹਨਾਂ ਦੇ 6 ਸੰਗਤ ਭਾਗ ਕੀ ਹਨ? ਬਰਾਬਰ ਹੁੰਦੇ ਹਨ। 6 ਸੰਗਤ ਭਾਗ, 3 ਭੁਜਾਵਾਂ ਤੇ ਤਿੰਨੇ ਕੌਣ। ਅਸੀਂ ਇਹ ਵੀ ਕਰਿਆ ਸੀ ਕਿ ਜੇਕਰ ਅਸੀਂ ਦੋ त्रिभुजां ਨੂੰ ਸਰਵਾਂਗ ਸਮ ਸਿੱਧ ਕਰਨਾ ਹੈ ਤਾਂ ਕੀ ਹਰ ਵਾਰ ਸਾਨੂੰ 6 ਸੰਗਤ ਭਾਗ ਬਰਾਬਰ ਸਿੱਧ ਕਰਨੇ ਪੈਣਗੇ? ਤਾਂ ਅਸੀਂ ਕਿਹਾ ਸੀ ਨਹੀਂ, ਸਾਨੂੰ ਹਰ ਵਾਰ 6 ਸੰਗਤ ਭਾਗ ਬਰਾਬਰ ਕਰਨ ਦੀ ਲੋੜ ਨਹੀਂ ਹੈ। त्रिभुजां ਨੂੰ ਸਰਬਸਮਤਾ ਪਰਖਣ ਲਈ ਅਸੀਂ ਕੁਝ ਮਾਪਦੰਡ ਹਨ ਜਿਹੜੇ ਤਿਆਰ ਕੀਤੇ ਹਨ, ਯਾਨੀ ਕਿ ਅਸੀਂ 3 ਸੰਗਤ ਭਾਗਾਂ ਦੇ ਨਾਲ ਵੀ ਕੰਮ ਚਲਾ ਸਕਦੇ ਹਾਂ। ਉਹ 3 ਸੰਗਤ ਭਾਗ ਦੇ ਅਕੋਰਡਿੰਗ ਸਾਡੇ ਕਿਹੜੇ ਕਿਹੜੇ ਮਾਪਦੰਡ ਹੋ ਸਕਦੇ ਹਨ? ਪਹਿਲਾ ਸਾਡਾ ਭੁਜਾ 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 ਸਰਬਸਮਤਾ ਨਿਯਮ, ਜਿਸ ਨੂੰ ਅਸੀਂ SS ਸਰਬਸਮਤਾ ਨਿਯਮ ਬੋਲਦੇ ਹਾਂ। ਦੂਜਾ ਜਿਹੜਾ ਹੈ SAS ਭੁਜਾ ਕੌਣ ਭੁਜਾ ਸਰਬਸਮਤਾ ਦਾ ਨਿਯਮ। ਤੀਜਾ ਸਾਡਾ ਸੀਗਾ ASA ਕੌਣ ਭੁਜਾ ਕੌਣ ਸਰਬਸਮਤਾ ਨਿਯਮ। ਤੇ ਲਾਸਟ ਵਾਲਾ RHS ਸਰਬਸਮਤਾ ਦਾ ਨਿਯਮ। ਇਸ ਦੇ ਵਿੱਚ ਅਸੀਂ ਪਿਛਲੇ ਲੈਕਚਰ ਦੇ ਵਿੱਚ ਭੁਜਾ ਭੁਜਾ SSS ਸਰਬਸਮਤਾ ਦਾ ਮਾਪਦੰਡ ਕਰਕੇ ਆਏ ਸੀ, ਜਿਸ ਦੇ ਵਿੱਚ ਅਸੀਂ ਕਿਹਾ ਸੀ ਕਿ ਸਾਡੇ ਕੋਲ त्रिभुज ABC ਹੈ, ਇੱਕ त्रिभुज DEF ਹੈ। ਅਸੀਂ ਕਹਿੰਦੇ ਹਾਂ ਕਿ त्रिभुज ABC ਅਤੇ DF ਦੇ ਵਿੱਚ AC ਜਿਹੜੀ ਭੁਜਾ ਹੈ ਸਾਡੀ ਉਹ ਕਿਸ ਦੇ ਬਰਾਬਰ ਹੈ? DF ਦੇ ਬਰਾਬਰ ਹੈ। AB ਹੈ ਜਿਹੜਾ ਸਾਡਾ ਉਹ ਕਿਸ ਦੇ ਬਰਾਬਰ ਹੈ? DE ਦੇ ਬਰਾਬਰ ਹੈ। ਅਤੇ ਤੀਸਰੀ ਜਿਹੜੀ ਭੁਜਾ ਬਚ ਗਈ BC ਹੈ ਜਿਹੜੀ ਉਹ ਕਿਸ ਦੇ ਬਰਾਬਰ ਹੈ? EF ਦੇ। ਤਾਂ ਅਸੀਂ ਕਹਿੰਦੇ ਹਾਂ ਕਿ ਇੱਕ त्रिभुज ਦੀਆਂ ਤਿੰਨੇ ਭੁਜਾਵਾਂ ਦੂਜੇ त्रिभुज ਦੀਆਂ ਤਿੰਨੇ ਸੰਗਤ ਭੁਜਾਵਾਂ ਦੇ ਬਰਾਬਰ ਹੈ। ਇਸ ਲਈ त्रिभुज ABC ਸਰਵਾਂਗ ਸਮ ਹੋਏਗੀ त्रिभुज DEF ਤੇ। ਇਸ ਦੇ ਰਿਲੇਟਿਡ ਅਸੀਂ ਕਾਫੀ ਕੁਐਸਚਨ ਕਰੇ ਸੀ। ਆਓ ਇੱਕ ਕੁਐਸਚਨ ਕਰਦੇ ਹਾਂ ਹੋਰ, ਉਸ ਤੋਂ ਬਾਅਦ ਅਸੀਂ ਆਪਣੇ ਨਵੇਂ ਨਿਯਮ ਦੇ ਵੱਲ ਚੱਲਾਂਗੇ। ਸਾਨੂੰ ਦਿੱਤਾ ਹੈ ਚਿੱਤਰ ਦੇ ਵਿੱਚ AC ਹੈ ਜਿਹੜਾ ਸਾਡਾ ਉਹ BD ਦੇ ਬਰਾਬਰ ਹੈ। ਸਾਨੂੰ ਦਿੱਤਾ ਹੈ ਜਿਹੜਾ AC ਹੈ ਸਾਡਾ AC ਭੁਜਾ ਇਹ ਕਿਸ ਦੇ ਬਰਾਬਰ ਹੈ? BD ਦੇ ਬਰਾਬਰ ਹੈ। ਇਸੇ ਤਰ੍ਹਾਂ AD ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ? BC ਦੇ ਬਰਾਬਰ ਹੈ। ਇਹ ਸਾਡੀਆਂ ਦੋਨੋਂ ਭੁਜਾਵਾਂ ਆਪਸ 'ਚ ਬਰਾਬਰ ਹਨ। ਹੇਠ ਕਥਨਾਂ ਵਿੱਚੋਂ ਕਿਹੜਾ ਕਥਨ ਸੱਚ ਹੈ? ਤਾਂ ਇਸ ਨੂੰ ਸੱਚ ਕਰਨ ਦੇ ਲਈ ਅਸੀਂ ਦੁਬਾਰਾ ਆਪਣੀਆਂ त्रिभुजां ਨੂੰ ਬਣਾ ਲੈਂਦੇ ਹਾਂ। ਮੇਰੀ ਪਹਿਲੀ त्रिभुज ਹੈ A D ਤੇ B ਤੇ ਦੂਜੀ ਮੇਰੀ त्रिभुज ਹੈ ਜਿਹੜੀ B D। ਅਸੀਂ ਇਸ ਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ। ਅਸੀਂ ਅਗਰ ਬਣਾਉਣੀ ਹੈ ਅਸੀਂ B C ਤੇ A। ਹੁਣ ਇਹ ਦੋਨੇ त्रिभुजां ਦੇ ਵਿੱਚ ਸਾਨੂੰ ਕਿਆ ਦਿੱਤਾ ਹੈ? ਜਿਹੜਾ AC ਹੈ ਉਹ BD ਦੇ ਬਰਾਬਰ ਹੈ। AD ਹੈ ਜਿਹੜੀ ਸਾਡੀ ਭੁਜਾ ਉਹ BC ਦੇ ਬਰਾਬਰ ਹੈ। ਉਸ ਤੋਂ ਬਾਅਦ AB ਅਗਰ ਅਸੀਂ ਦੇਖੀਏ ਤਾਂ ਦੋਨਾਂ ਦੇ ਵਿੱਚ ਕੀ ਹੈ? ਸਾਂਝੀ ਭੁਜਾ ਹੈ। ਹੁਣ ਅਗਰ ਅਸੀਂ ਸਰਬਸਮਤਾ ਦਾ ਨਿਯਮ ਲਿਖਣਾ ਹੈ ਤਾਂ ਅਸੀਂ ਕਿਵੇਂ ਲਿਖਾਂਗੇ ਕਿ त्रिभुज ਹਾਂਜੀ ABC ਹੈ ਜਿਹੜੀ ਇਹ ਸਰਵਾਂਗ ਸਮ ਹੋਏਗੀ। ਅਗਰ ਅਸੀਂ ਦੇਖੀਏ
त्रिभुज बी ए डी दे। ਤਾਂ ਸਾਡਾ ਕਿਹੜਾ ਇਹ ਸਹੀ ਹੈ? ਸੈਕਿੰਡ ਪਾਰਟ। ਤਾਂ ਅਸੀਂ ਕਹਾਂਗੇ ਵੀ त्रिभुज ए बी सी ਸਰਬਾਂਗ ਸਮ ਹੈ त्रिभुज बी ए डी ਦੇ। ਇਹ ਅਸੀਂ ਇਹ ਵੀ ਕੀਤਾ ਸੀ ਅੰਤਰਗਤ ਵਿਚਾਰਲਾ ਕੋਣ ਤੇ ਅੰਤਰਗਤ ਵਿਚਾਰਲੀ ਭੁਜਾ ਕੀ ਹੁੰਦੀ ਹੈ। ਸਾਡੇ ਕੋਲ त्रिभुज ए बी सी ਹੈ, ਇਸ ਦੇ ਵਿੱਚ ए बी ਅਤੇ बी सी ਦੇ ਜਿਹੜੀ ਵਿਚਕਾਰਲੀ ਭੁਜਾ ਕੌਣ ਹੈ ਸਾਡਾ, ਉਹ ਕੀ ਹੈ? ਕੌਣ B ਹੈ। ਤਾਂ ਅਸੀਂ ਕਹਾਂਗੇ ਕੌਣ B ਭੁਜਾਵਾਂ ए B ਅਤੇ B C ਦਾ ਵਿਚਕਾਰਲਾ ਜਾਂ ਅੰਤਰਗਤ ਕੌਣ ਹੈ। ਇਸੇ ਤਰ੍ਹਾਂ ਦੋ ਕੋਣਾਂ ਦੀ ਜਿਹੜੀ ਵਿਚਕਾਰਲੀ ਭੁਜਾ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ? ਅੰਤਰਗਤ ਭੁਜਾ ਔਰ ਵਿਚਕਾਰਲੀ ਭੁਜਾ। ਇਹ ਅਸੀਂ ਕਰਕੇ ਆਏ ਸੀ। ਆਓ ਅਸੀਂ ਆਪਣੇ ਅਗਲੇ ਮਾਪਦੰਡ ਦੇ ਵਿੱਚ ਚੱਲਦੇ ਹਾਂ, ਜਿਹੜਾ ਕਿ ਸਾਡਾ ਭੁਜਾ ਕੌਣ ਭੁਜਾ SAS ਸਰਬਸੰਮਤਾ ਦਾ ਮਾਪਦੰਡ ਹੈ। ਤਾਂ ਪਿਆਰੇ ਬੱਚਿਓ ਦੇਖੋ, त्रिभुज ए बी C ਅਤੇ D E F ਦੇ ਵਿੱਚ ਸਾਡੇ ਕੋਲ A B ਜਿਹੜੀ ਭੁਜਾ ਹੈ ਉਹ D E ਦੇ ਬਰਾਬਰ ਹੈ। ਕੌਣ A ਹੈ ਜਿਹੜਾ ਉਹ ਕੌਣ D ਦੇ ਬਰਾਬਰ ਹੈ। ਇਸੇ ਤਰ੍ਹਾਂ ਸਾਡੇ ਕੋਲ ਜਿਹੜੀ D F ਹੈ ਭੁਜਾ ਉਹ ਕਿਸ ਦੇ ਬਰਾਬਰ ਹੈ? AC ਦੇ। ਤਾਂ ਅਸੀਂ ਕਹਾਂਗੇ ਕਿ त्रिभुज A B C ਹੈ ਜਿਹੜੀ ਸਰਵਾਂਗ ਸਮ ਹੈ D E F। ਇਸ ਨਿਯਮ ਨੂੰ ਅਸੀਂ ਕੀ ਬੋਲਦੇ ਹਾਂ? SAS ਸਰਬਸੰਮਤਾ ਦਾ ਮਾਪਦੰਡ। ਯਾਨੀ ਕਿ ਜੇਕਰ ਇੱਕ त्रिभुज ਦੀਆਂ ਦੋ ਭੁਜਾਵਾਂ ਅਤੇ ਉਹਨਾਂ ਦਾ ਵਿਚਕਾਰਲਾ ਕੋਣ ਕਿਸੇ ਦੂਸਰੇ त्रिभुज ਦੀਆਂ ਦੋ ਸੰਗਤ ਭੁਜਾਵਾਂ ਅਤੇ ਉਹਨਾਂ ਦੇ ਵਿਚਕਾਰਲੇ ਕੋਣ ਦੇ ਬਰਾਬਰ ਹੋਣ ਤਾਂ त्रिभुजां ਕੀ ਹੁੰਦੀਆਂ ਹਨ? ਸਰਬਾਂਗ ਸਮ ਹੁੰਦੀਆਂ ਹਨ। ਜਿਵੇਂ ਕਿ त्रिभुज A B C ਅਤੇ D E F ਦੇ ਵਿੱਚ ਅਸੀਂ ਕੀਤਾ ਹੈ ਕਿ ਜਿਹੜੀ A B ਭੁਜਾ ਹੈ ਉਹ ਕਿਸ ਦੇ ਬਰਾਬਰ ਹੈ? D E ਦੇ ਬਰਾਬਰ ਹੈ। ਕੌਣ A ਹੈ ਜਿਹੜਾ ਉਹ ਕੌਣ D ਦੇ ਬਰਾਬਰ ਹੈ। ਉਸ ਤੋਂ ਬਾਅਦ AC ਜਿਹੜੀ ਹੈਗੀ ਹੈ ਸਾਡੀ ਭੁਜਾ ਉਹ ਕਿਸ ਦੇ ਬਰਾਬਰ ਹੈ? D F ਦੇ ਬਰਾਬਰ ਹੈ। ਤਾਂ ਦੋ ਭੁਜਾਵਾਂ ਤੇ ਉਹਨਾਂ ਦਾ ਵਿਚਕਾਰਲਾ ਕੋਣ। ਇਸੇ ਤਰ੍ਹਾਂ ਇਸ त्रिभुज ਦੇ ਵਿੱਚ ਦੋ ਭੁਜਾਵਾਂ ਤੇ ਉਹਨਾਂ ਦੇ ਵਿਚਕਾਰਲਾ ਕੋਣ ਇਹ ਕੀ ਹਨ? ਬਰਾਬਰ ਹਨ। ਤਾਂ ਇਸ ਦੇ ਵਿੱਚ ਅਸੀਂ ਕਿਹਾ SAS ਯਾਨੀ ਕਿ ਭੁਜਾ ਕੌਣ ਭੁਜਾ। ਨਿਯਮ ਦੇ ਅਨੁਸਾਰ ਇਹ ਦੋਨੇ त्रिभुजां ਕੀ ਹੋਣਗੀਆਂ? ਸਰਬਾਂਗ ਸਮ ਹੋਣਗੀਆਂ। ਹੁਣ ਦੇਖੋ ਸੰਗਤ ਭਾਗ, ਮੈਂ ਫੇਰ ਕਿਹਾ ਸੀ ਤੁਹਾਨੂੰ, ਸੰਗਤ ਭਾਗ ਜਿਹੜਾ A ਹੈ ਉਹ ਕਿਸ ਦੇ ਬਰਾਬਰ ਹੈ? D ਦੇ। ਜਿਹੜਾ B ਸੰਗਤ ਭਾਗ ਹੈ ਉਹ ਕਿਸ ਦੇ ਬਰਾਬਰ ਹੈ? ਸਾਡਾ E ਦੇ। C ਸੰਗਤ ਭਾਗ ਕਿਸ ਦੇ ਬਰਾਬਰ ਹੈ? F ਦੇ ਬਰਾਬਰ ਹੈ। ਤਾਂ ਅਸੀਂ ਕਹਾਂਗੇ ਕਿ SAS ਸਰਬਸੰਮਤਾ ਮਾਪਦੰਡ ਦੇ ਅਨੁਸਾਰ ਇਹ ਦੋਨੇ त्रिभुजां ਕੀ ਹਨ? ਸਰਬਾਂਗ ਸਮ ਹਨ। ਆਓ ਅਸੀਂ ਹੁਣ ਇਸ ਮਾਪਦੰਡ ਦੇ ਅਕੋਰਡਿੰਗ ਕੁਝ ਸਵਾਲ ਕਰਦੇ ਹਾਂ। ਸਾਡੀ ਉਦਾਹਰਣ ਹੈ, ਦੋ त्रिभुजां ਦੇ ਕੁਝ ਮਾਪਦੰਡ ਲਿਖੇ ਹੋਏ ਹਨ। SAS ਸਰਬਸੰਮਤਾ ਮਾਪਦੰਡ ਦਾ ਪ੍ਰਯੋਗ ਕਰਦੇ ਹੋਏ ਪਤਾ ਕਰੋ ਕਿ ਦੋਵੇਂ त्रिभुजां ਸਰਬਾਂਗ ਸਮ ਹਨ ਜਾਂ ਨਹੀਂ। ਜੇਕਰ त्रिभुजां ਸਰਬਾਂਗ ਸਮ ਹਨ ਤਾਂ ਸੰਕੇਤਿਕ ਰੂਪ ਦੇ ਵਿੱਚ ਲਿਖੋ। ਜੇ त्रिभुजां ਸਰਬਾਂਗ ਸਮ ਹੋਈਆਂ ਤਾਂ ਅਸੀਂ ਸੰਕੇਤਿਕ ਰੂਪ ਦੇ ਵਿੱਚ ਲਿਖਣਾ ਹੈ ਕਿ ਸੰਕੇਤਿਕ ਰੂਪ ਦੇ ਵਿੱਚ ਅਸੀਂ त्रिभुजां ਨੂੰ ਸਰਬਾਂਗ ਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਹੈ ਜਿਹੜਾ ਲਿਖ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਆਓ ਅਸੀਂ ਆਪਣੇ ਪਹਿਲੇ ਸਵਾਲ ਦੇ ਵੱਲ ਵੱਧਦੇ ਹਾਂ। ਦੇਖੋ ਅਸੀਂ त्रिभुज ਬਣਾ ਲੈਂਦੇ ਹਾਂ। ਪਹਿਲੀ त्रिभुज ਹੈ ਸਾਡੀ A B C ਤੇ ਦੂਜੀ त्रिभुज ਸਾਡੀ ਕੀ ਹੈ? D E ਤੇ F। ਹੁਣ ਦੇਖੋ त्रिभुज A B C ਦੇ ਵਿੱਚ ਸਾਨੂੰ AB 7 ਸੈਂਟੀਮੀਟਰ, BC ਹੈ ਜਿਹੜਾ 5 ਸੈਂਟੀਮੀਟਰ ਤੇ ਕੋਣ B ਕਿੰਨਾ ਹੈ? 50 ਡਿਗਰੀ ਦਿੱਤਾ ਗਿਆ। ਐਦਾਂ ਹੀ DEF ਦੇ ਵਿੱਚ DE ਸਾਡਾ ਕਿੰਨਾ ਹੈ? 5 ਸੈਂਟੀਮੀਟਰ, EF ਕਿੰਨਾ ਹੈ? 7 ਸੈਂਟੀਮੀਟਰ। ਕੋਣ E ਹੈ ਜਿਹੜਾ ਸਾਡਾ ਉਹ ਕਿੰਨਾ ਹੈ? 50 ਸੈਂਟੀਮੀਟਰ ਹੈ। ਤਾਂ ਹੁਣ ਅਗਰ ਅਸੀਂ ਦੇਖੀਏ ਕਿ AB ਭੁਜਾ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੈ? ਹਾਂਜੀ 7 ਸੈਂਟੀਮੀਟਰ। ਇੱਧਰ EF ਕਿੰਨਾ ਸਾਡੇ ਕੋਲ? 7 ਸੈਂਟੀਮੀਟਰ। ਉਸ ਤੋਂ ਬਾਅਦ BC ਜਿਹੜੀ ਭੁਜਾ ਹੈ ਸਾਡੀ 5 ਸੈਂਟੀਮੀਟਰ ਤੇ ਇਸ ਸਾਈਡ ਸਾਡੇ ਕੋਲ DE ਹੈ ਜਿਹੜੀ ਉਹ 5 ਸੈਂਟੀਮੀਟਰ ਹੈ। ਕੋਣ B ਹੈ ਜਿਹੜਾ 50 ਡਿਗਰੀ ਤੇ ਇਸ ਸਾਈਡ ਕੋਣ E ਹੈ ਜਿਹੜਾ ਉਹ 50 ਡਿਗਰੀ ਹੈ।
ਤਾਂ ਦੇਖੋ, ਤਾਂ ਇਹਦਾ ਮਤਲਬ ਕਿਹੜਾ ਨਿਯਮ? SAS ਨਿਯਮ ਅਨੁਸਾਰ ਇਹ ਤ੍ਰਿਭੁਜਾਂ ਕੀ ਹਨ? ਸਰਬਾਂਗ ਸਮ ਹਨ। ਪਰ ਹੁਣ ਅਸੀਂ ਇਹਨਾਂ ਦਾ ਸੰਕੇਤਿਕ ਰੂਪ ਲਿਖਣਾ ਹੈ। ਸੰਕੇਤਿਕ ਰੂਪ ਲਿਖਣ ਦੇ ਲਈ ਫਿਰ ਸਾਡੇ ਕੋਲ ਸਾਨੂੰ ਪਤਾ ਹੋਣਾ ਚਾਹੀਦਾ ਹੈ। ਦੇਖੋ, ਇਹ ਕੋਣ ਤੋਂ ਤਾਂ ਪਤਾ ਲੱਗ ਗਿਆ ਕਿ ਜਿਹੜਾ B ਹੈ ਇਸ ਦਾ ਸੁਮੇਲ ਕਿਸ ਦੇ ਨਾਲ ਹੈ? E ਦੇ ਨਾਲ ਹੈ। ਸੰਕੇਤਿਕ ਰੂਪ ਅਸੀਂ ਅਗਰ ਦੇਖੀਏ ਤਾਂ ਜਿਹੜਾ B ਹੈ ਉਹ ਕਿਹੜੇ ਸੰਗਤ ਭਾਗ ਦੇ ਬਰਾਬਰ ਹੈ? E ਦੇ ਬਰਾਬਰ ਹੈ। ਇਸੇ ਤਰ੍ਹਾਂ ਅੱਗੇ ਅਸੀਂ ਦੇਖੀਏ ਕਿ ਜਿਹੜਾ A ਹੈ, A ਕਿਸ ਦੇ ਬਰਾਬਰ ਹੋਏਗਾ? F ਦੇ, ਕਿਉਂਕਿ B ਹੈ ਜਿਹੜਾ ਉਹ E ਦੇ ਹੋ ਗਿਆ, ਤਾਂ A ਕਿਸ ਦੇ ਹੋ ਗਿਆ? F ਦੇ, ਤੇ C ਕਿਸ ਦੇ ਬਰਾਬਰ ਹੋ ਗਿਆ? D ਦੇ। ਤਾਂ ਅਸੀਂ ਲਿਖਾਂਗੇ ਤ੍ਰਿਭੁਜ BAC ਸਰਵਾਂਗ ਸਮ ਹੈ ਤ੍ਰਿਭੁਜ ਹਾਂਜੀ EFD ਦੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਨੋਂ ਤ੍ਰਿਭੁਜਾਂ SAS ਨਿਯਮ ਦੇ ਅਨੁਸਾਰ ਕੀ ਹਨ? ਸਰਵਾਂਗ ਸਮ ਹਨ। B ਪਾਰਟ 'ਚ ਦੇਖ ਲੈਂਦੇ ਹਾਂ। ਤੁਸੀਂ ਹਮੇਸ਼ਾ ਕੀ ਕਰਨਾ ਹੈ? ਤ੍ਰਿਭੁਜ ਬਣਾ ਲੈਣੀ। ਹੁਣ ਮੈਂ ਤ੍ਰਿਭੁਜ ਬਣਾਉਣਾ ਪਹਿਲੀ, ਫਿਰ ਹੋਈ ABC। ਇਸ ਦੇ ਵਿੱਚ AB ਕਿੰਨਾ ਹੈ? 4.5 ਸੈਂਟੀਮੀਟਰ। AC ਕਿੰਨਾ ਹੈ? 4 ਸੈਂਟੀਮੀਟਰ। ਕੋਣ A ਕਿੰਨਾ ਹੈ? 60 ਡਿਗਰੀ। ਦੂਜੀ ਤ੍ਰਿਭੁਜ ਸਾਡੀ DEF, ਇਸ ਦੇ ਵਿੱਚ DE ਕਿੰਨਾ ਹੈ? 4 ਸੈਂਟੀਮੀਟਰ। FD ਕਿੰਨਾ ਹੈ? 4.5 ਸੈਂਟੀਮੀਟਰ। ਕੋਣ D ਕਿੰਨਾ ਹੈ? 55 ਡਿਗਰੀ। ਹੁਣ ਦੇਖੋ, AB ਜਿਹੜੀ ਭੁਜਾ ਹੈ ਉਹ ਕਿਸ ਦੇ ਬਰਾਬਰ ਹੈ? DF ਦੇ। ਦੋਨੋਂ ਕਿੰਨੀਆਂ ਹਨ? 4.5 ਸੈਂਟੀਮੀਟਰ। AC ਜਿਹੜੀ ਭੁਜਾ ਹੈ ਉਹ ਕਿਸ ਦੇ ਬਰਾਬਰ ਹੈ? DE ਦੇ। ਕਿੰਨਾ ਹੈ? 4 ਸੈਂਟੀਮੀਟਰ। ਪਰ ਇਹਨਾਂ ਦੇ ਅੰਤਰਗਤ ਕੋਣ ਦੀ ਅਗਰ ਅਸੀਂ ਗੱਲ ਕਰੀਏ, ਕੋਣ A ਹੈ ਜਿਹੜਾ ਉਹ 60 ਡਿਗਰੀ ਹੈ, ਕੋਣ D ਹੈ ਜਿਹੜਾ ਉਹ 55 ਡਿਗਰੀ ਹੈ। ਇਹਦਾ ਮਤਲਬ ਕੋਣ A ਬਰਾਬਰ ਨਹੀਂ ਹੈ ਕੋਣ D। ਯਾਨੀ ਕਿ ਭੁਜਾਵਾਂ ਤਾਂ ਬਰਾਬਰ ਹਨ ਪਰ ਉਹਨਾਂ ਦੇ ਅੰਤਰਗਤ ਜਿਹੜਾ ਕੋਣ ਹੈ ਉਹ ਬਰਾਬਰ ਨਹੀਂ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਨੇ ਤ੍ਰਿਭੁਜਾਂ ਸਰਬਾਂਗ ਸਮ ਨਹੀਂ ਹੈ, ਕਿਉਂਕਿ SAS ਨਿਯਮ ਦੇ ਅਨੁਸਾਰ ਦੋ ਤ੍ਰਿਭੁਜਾਂ ਸਰਬਾਂਗ ਸਮ ਹੁੰਦੀਆਂ ਹਨ ਜੇਕਰ ਉਹਨਾਂ ਦੀਆਂ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਕੋਣ, ਦੋ ਭੁਜਾਵਾਂ ਸੰਗਤ ਭੁਜਾਵਾਂ ਤੇ ਉਹਨਾਂ ਦਾ ਅੰਤਰਗਤ ਕੋਣ ਬਰਾਬਰ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਤ੍ਰਿਭੁਜਾਂ ਕੀ ਹੁੰਦੀਆਂ ਹਨ? ਸਰਬਾਂਗ ਸਮ। ਇਸ ਕੇਸ ਦੇ ਵਿੱਚ ਸਾਡੇ ਕੋਲ ਭੁਜਾਵਾਂ ਤਾਂ ਬਰਾਬਰ ਹਨ ਸੰਗਤ ਭੁਜਾਵਾਂ, ਪਰ ਅੰਤਰਗਤ ਕੋਣ ਬਰਾਬਰ ਨਹੀਂ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਤ੍ਰਿਭੁਜਾਂ ਸਰਬਾਂਗ ਸਮ ਨਹੀਂ ਹੈ। ਏਦਾਂ ਹੀ C ਪਾਰਟ ਦੀ ਅਗਰ ਗੱਲ ਕਰੀਏ, C ਪਾਰਟ ਵੀ ਅਸੀਂ ਬਣਾਉਂਦੇ ਹਾਂ ABC ਤੇ ਇਸ ਸਾਈਡ DE ਤੇ F। ਹੁਣ BC ਕਿੰਨੀ ਹੈ? 6 ਸੈਂਟੀਮੀਟਰ। AC ਕਿੰਨੀ ਹੈ? 4 ਸੈਂਟੀਮੀਟਰ। ਕੋਣ B ਕਿੰਨਾ ਹੈ? 35 ਡਿਗਰੀ। ਇਸ ਸਾਈਡ DF ਕਿੰਨਾ ਸਾਡੇ ਕੋਲ? 4 ਸੈਂਟੀਮੀਟਰ। EF ਕਿੰਨਾ? 6 ਸੈਂਟੀਮੀਟਰ। ਕੋਣ E ਕਿੰਨਾ ਹੈ? 35 ਡਿਗਰੀ। ਹੁਣ ਦੇਖੋ ਫਿਰ AC ਭੁਜਾ ਜਿਹੜੀ ਹੈਗੀ ਹੈ ਉਹ ਕਿਸ ਦੇ ਬਰਾਬਰ ਹੈ? DF ਦੇ 4 ਸੈਂਟੀਮੀਟਰ। BC ਜਿਹੜੀ ਭੁਜਾ ਹੈ ਉਹ EF ਦੇ ਬਰਾਬਰ ਹੈ, ਕਿੰਨੀ ਹੈ? 6 ਸੈਂਟੀਮੀਟਰ। ਹੁਣ ਉਹਦੇ ਕੋਣ ਵੀ ਬਰਾਬਰ ਹੈ, ਪਰ ਇਹ ਕੋਣ ਕਿਹੜਾ? ਅਸੀਂ ਤਾਂ ਗੱਲ ਕਿਸ ਦੀ ਕਰ ਰਹੇ ਤੇ? ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਕੋਣ। ਇਸ ਸਾਈਡ ਅੰਤਰਗਤ ਕੋਣ C ਬਣ ਰਿਹਾ ਸੀ, ਇਸ ਸਾਈਡ ਅੰਤਰਗਤ ਕੋਣ ਕਿਹੜਾ ਬਣ ਰਿਹਾ? F। C ਅਤੇ F ਦੀ ਕੀਮਤ ਤਾਂ ਸਾਨੂੰ ਦਿੱਤੀ ਨਹੀਂ, ਸਾਨੂੰ ਕੀਮਤ ਕਿਹਦੀ ਦਿੱਤੀ ਹੈ? B ਅਤੇ E ਦੀ। ਦੋਨੋਂ ਕੋਣ ਬਰਾਬਰ ਹਨ ਪਰ ਇਹ ਕੋਣ ਅੰਤਰਗਤ ਕੋਣ ਨਹੀਂ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਤ੍ਰਿਭੁਜਾਂ ਜਿਹੜੀਆਂ ਹਨ ਸਰਵਾਂਗ ਸਮ ਹੋ ਵੀ ਸਕਦੀਆਂ, ਨਹੀਂ ਵੀ, ਕਿਉਂਕਿ ਸਾਨੂੰ C ਜਿਹੜਾ ਕੋਣ ਅਤੇ F ਕੋਣ ਹੈ ਇਸ ਦਾ ਮਾਪ ਹੈ ਜਿਹੜਾ ਉਹ ਨਹੀਂ ਦਿੱਤਾ ਗਿਆ। ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜਦੋਂ ਵੀ ਅਸੀਂ ਸਰਬ ਸਮਤਾ ਦਾ ਨਿਯਮ ਕਰਨਾ ਹੈ ਤਾਂ ਉਸ ਨਿਯਮ ਦੇ ਵਿੱਚ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਭੁਜਾਵਾਂ ਤੇ ਉਹਦਾ ਦਾ ਜਿਹੜਾ ਅੰਤਰਗਤ ਕੋਣ ਹੈ ਉਹ ਬਰਾਬਰ ਹੋਣਾ ਚਾਹੀਦਾ ਹੈ, ਔਰ ਇਹ ਅੰਤਰਗਤ ਕੋਣ ਸਾਨੂੰ ਨਹੀਂ ਦਿੱਤਾ ਗਿਆ, ਸਾਨੂੰ ਨਹੀਂ ਕੀਮਤ ਪਤਾ, ਇਸ ਕਰਕੇ ਇਹ ਤ੍ਰਿਭੁਜਾਂ ਸਰਬਾਂਗ ਸਮ ਨਹੀਂ ਹਨ। ਸਾਡੇ ਅਗਲੇ ਉਦਾਹਰਣ ਹੈ
ਚਿੱਤਰ ਦੇ ਵਿੱਚ ਸਾਨੂੰ AB ਹੈ ਜਿਹੜਾ ਉਹ AC ਦੇ ਬਰਾਬਰ ਭੁਜਾ ਦਿੱਤੀ ਗਈ ਹੈ। ਇਸੇ ਤਰ੍ਹਾਂ ਜਿਹੜਾ AD ਹੈ BAC ਦਾ ਸਮਦੋਭਾਜਕ ਹੈ। ਹੁਣ ਅਸੀਂ ਤ੍ਰਿਭੁਜ ADB ਅਤੇ ADC ਵਿੱਚ ਬਰਾਬਰ ਭਾਗਾਂ ਦੇ ਜਿਹੜੇ 3 ਜੋੜੇ ਹਨ, ਸੰਗਤ ਜੋੜੇ, ਉਹ ਲਿਖਣੇ ਹਨ। ਉਹ ਕਿਹੜੇ ਹੋਣਗੇ? ਫਿਰ ਅਸੀਂ ਦੋਨੇ ਤ੍ਰਿਭੁਜਾਂ ਅਲੱਗ-ਅਲੱਗ ਬਣਾ ਲੈਂਦੇ ਹਾਂ। ਸਾਡੀ ਪਹਿਲੀ ਤ੍ਰਿਭੁਜ ਹੈ ADB ਤੇ ਇਸ ਸਾਈਡ ਹੈ ਸਾਡੀ AD ਤੇ C। ਹੁਣ ਅਸੀਂ ਗੱਲ ਕਰੀਏ, ਸਾਨੂੰ ਦਿੱਤਾ ਹੈ AB AC ਦੇ ਬਰਾਬਰ, AB ਬਰਾਬਰ ਹੈ AC, ਇਹ ਸਾਨੂੰ ਦਿੱਤਾ ਹੈ। ਉਸ ਤੋਂ ਬਾਅਦ ਸਾਨੂੰ AD ਜਿਹੜਾ ਅਗਰ ਅਸੀਂ ਦੇਖੀਏ, ਸਾਨੂੰ ਦਿੱਤਾ ਕਿ AD ਹੈ ਜਿਹੜਾ ਉਹ ਕੋਣ BAC ਦਾ ਸਮਦੋਭਾਜਕ ਮਤਲਬ ਇਹਨਾਂ ਦੋਨਾਂ ਨੂੰ ਬਰਾਬਰ ਭਾਗਾਂ 'ਚ ਬਣਦਾ। ਇਹਦਾ ਮਤਲਬ ਇਹਨੂੰ ਮੈਂ ਕੋਣ 1 ਕਹਾਂ ਤੇ ਕੋਣ 2, ਕੋਣ 1 ਤੇ ਕੋਣ 2। ਇਸ ਦਾ ਮਤਲਬ ਕੋਣ 1 ਕਿਸ ਦੇ ਬਰਾਬਰ ਹੋਏਗਾ? ਕੋਣ 2 ਦੇ। ਕਿਉਂ? ਕਿਉਂਕਿ ਜਿਹੜਾ AD ਹੈ ਉਹ BAC ਦਾ ਕੀ ਹੈ? ਸਮਦੋਭਾਜਕ ਹੈ। ਇਸੇ ਤਰ੍ਹਾਂ AD ਬਰਾਬਰ ਹੈ AD, ਇਹ ਕਿਉਂ ਹੈ? ਕਿਉਂਕਿ ਇਹ ਕੀ ਹੈ? ਸਾਂਝੀ ਭੁਜਾ। ਤਾਂ ਇਸ ਦਾ ਮਤਲਬ ਕੀ ਹੋ ਗਿਆ? ਵੀ ਤ੍ਰਿਭੁਜ ਸਾਡੇ ਕੋਲ ABC ABD ਹੈ ਜਿਹੜੀ ਉਹ ਸਰਵਾਂਗ ਸਮ ਹੋਏਗੀ। ਹੁਣ ਅਸੀਂ ਫੇਰ ਉਹੀ ਨਿਯਮ ਲਿਖਣਾ ਹੈ। ਨਿਯਮ ਲਿਖਣ ਦੇ ਲਈ ਸਾਨੂੰ ਫੇਰ ਕੀ ਪਤਾ ਹੋਣਾ ਚਾਹੀਦਾ ਹੈ? ਸੰਗਤ ਭਾਗ ਪਤਾ ਹੋਣੇ ਚਾਹੀਦੇ ਹਨ। ਤਾਂ ਸੰਗਤ ਭਾਗ ਸਾਡੇ ਕੋਲ ਕਿਹੜੇ ਹੋਣਗੇ? ਤ੍ਰਿਭੁਜ ਹਾਂਜੀ A C ਤੇ D, ਕਿਉਂਕਿ A ਦਾ ਸੁਮੇਲ A ਦੇ ਨਾਲ, B ਦਾ C ਦੇ ਨਾਲ ਤੇ D ਦਾ D ਦੇ ਨਾਲ। ਉਸ ਤੋਂ ਬਾਅਦ ਸਾਨੂੰ ਸੈਕਿੰਡ ਪਾਰਟ ਸਾਡਾ ਕੀ ਹੋ ਗਿਆ? ਪ੍ਰੂਫ ਹੋ ਗਿਆ ਕਿ ਤ੍ਰਿਭੁਜ ADB ਹੈ ਜਿਹੜੀ ਉਹ ਸਰਵਾਂਗ ਸਮ ਹੋਏਗੀ ਤ੍ਰਿਭੁਜ ADC ਦੇ। ਯਾਨੀ ਕਿ ਅਸੀਂ ਪਹਿਲਾ ਜਿਹੜਾ ਹੈਗਾ ਸੀ ਪ੍ਰੂਫ ਕਰਤਾ, ਦੂਜਾ ਸਾਡਾ ਪ੍ਰੂਫ ਹੋ ਗਿਆ। ਹੁਣ ਤੀਜਾ ਨੇ ਪੁੱਛਿਆ ਕੀ ਕੋਣ BC ਦੇ ਬਰਾਬਰ ਹੋਏਗਾ? ਜ਼ਰੂਰ, ਕਿਉਂਕਿ ਅਸੀਂ ਕਿਹਾ ਸੀ ਅਗਰ ਦੋ ਤ੍ਰਿਭੁਜਾਂ ਸਰਵਾਂਗ ਸਮ ਹਨ ਤਾਂ ਉਹਨਾਂ ਦੇ ਜਿਹੜੇ ਬਾਕੀ ਭਾਗ ਬਚਦੇ ਹਨ ਉਹ ਵੀ ਕੀ ਹੋਣਗੇ? ਬਰਾਬਰ ਹੋਣਗੇ। ਇਹਨਾਂ ਦੇ ਬਾਕੀ ਸੰਗਤ ਭਾਗ ਕਿਹੜੇ ਰਹੇਗੇ? ਕੋਣ। ਤਾਂ ਕੋਣ B ਹੈ ਜਿਹੜਾ ਕੋਣ C ਦੇ ਬਰਾਬਰ ਜ਼ਰੂਰ ਹੋਵੇਗਾ। ਆਓ ਕੁਝ ਸਵਾਲ ਕੋਸ਼ਿਸ਼ ਕਰੋ ਜਿਹੜੇ ਤੁਹਾਡੇ ਬੁੱਕ 'ਚ ਦਿੱਤੇ ਗਏ ਹਨ ਉਹਨਾਂ ਵਿੱਚੋਂ ਕਰੀਏ। ਸਾਨੂੰ ਦਿੱਤਾ ਹੈ ਤ੍ਰਿਭੁਜ DEF ਦੀਆਂ ਭੁਜਾਵਾਂ DE ਅਤੇ EF ਦੇ ਅੰਤਰਗਤ ਕਿਹੜਾ ਕੋਣ ਹੋਵੇਗਾ? ਅਸੀਂ ਤ੍ਰਿਭੁਜ ਬਣਾਉਂਦੇ ਹਾਂ। ਤ੍ਰਿਭੁਜ ਕਿਹੜੀ ਹੈ ਸਾਡੇ ਕੋਲ? DE ਤੇ F। ਹੁਣ ਸਾਨੂੰ ਪੁੱਛਿਆ DE ਸਾਡੀ ਇਹ ਭੁਜਾ ਹੋ ਗਈ, EF ਇਹ ਭੁਜਾ ਹੋ ਗਈ। ਇਹਨਾਂ ਦੋਨਾਂ ਦੇ ਅੰਤਰਗਤ ਕਿਹੜਾ ਕੋਣ ਹੋ ਗਿਆ? ਕੋਣ E। ਅਸੀਂ ਇਹਨੂੰ ਕੋਣ E ਵੀ ਲਿਖ ਸਕਦੇ ਹਾਂ ਔਰ ਕੋਣ DEF ਵੀ ਲਿਖ ਸਕਦੇ ਹਾਂ ਔਰ ਕੋਣ FED ਵੀ ਲਿਖ ਸਕਦੇ ਹਾਂ। ਤੁਸੀਂ ਇਸ ਕੋਣ E ਨੂੰ ਕੁਝ ਵੀ ਲਿਖ ਸਕਦੇ ਹੋ। ਕੋਣ E ਵੀ ਲਿਖ ਸਕਦੇ ਹੋ, ਕੋਣ DEF ਵੀ ਲਿਖ ਸਕਦੇ ਹੋ ਜਾਂ ਕੋਣ FED ਵੀ ਲਿਖ ਸਕਦੇ ਹੋ। ਯਾਨੀ ਕਿ DE ਤੇ EF ਦਾ ਜਿਹੜਾ ਅੰਤਰਗਤ ਕੋਣ ਹੈ ਉਹ ਸਾਡਾ ਕੋਣ E ਬਣ ਰਿਹਾ ਹੈ। ਸਾਡਾ ਦੂਜਾ ਸਵਾਲ ਹੈ SAS ਸਰਵ ਸਮਤਾ ਮਾਪਦੰਡ ਦਾ ਪ੍ਰਯੋਗ ਕਰਕੇ ਤੁਸੀਂ ਤ੍ਰਿਭੁਜ PQR ਸਰਵਾਂਗ ਸਮ ਹੈ ਤ੍ਰਿਭੁਜ FED ਸਥਾਪਿਤ ਕਰਨਾ ਚਾਹੁੰਦੇ ਹੋ। ਇਹ ਦਿੱਤਾ ਗਿਆ ਹੈ ਕਿ PQFE ਅਤੇ RPDF ਦੇ ਬਰਾਬਰ ਹੈ। ਸਰਵ ਸਮਤਾ ਨੂੰ ਸਥਾਪਿਤ ਕਰਨ ਲਈ ਹੋਰ ਕਿਹੜੇ ਤੱਤ ਦੀ ਸੂਚਨਾ ਦੀ ਲੋੜ ਪਵੇਗੀ? ਤਾਂ ਅਸੀਂ ਆਓ ਦੋਨੋਂ ਤ੍ਰਿਭੁਜਾਂ ਬਣਾਉਂਦੇ ਹਾਂ। ਕਿਹੜੀ ਤ੍ਰਿਭੁਜ? PQR ਤੇ FE ਤੇ D। ਹੁਣ ਸਾਨੂੰ ਦਿੱਤਾ ਹੈ ਕਿ PQ ਹੈ ਜਿਹੜੀ ਭੁਜਾ ਉਹ ਕਿਸ ਦੇ ਬਰਾਬਰ ਹੈ? EF ਦੇ। RP ਜਿਹੜੀ ਹੈਗੀ ਭੁਜਾ ਉਹ ਸਾਡੀ ਕਿਸ ਦੇ ਬਰਾਬਰ ਹੈ? DF ਦੇ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਕਿਹੜਾ ਨਿਯਮ ਕਰਨਾ ਹੈ? SAS ਯਾਨੀ ਕਿ ਭੁਜਾ ਕੋਣ ਭੁਜਾ। ਭੁਜਾ ਸਾਡੀ ਹੋ ਗਈ, ਇਹ ਵੀ ਸਾਡੀ ਭੁਜਾ ਹੈ। ਇਹਨਾਂ ਦੋਨਾਂ ਦੇ ਅੰਤਰਗਤ ਕੋਣ ਕਿਹੜਾ ਬਣ ਰਿਹਾ ਹੈ? P। ਇਸ ਸਾਈਡ ਸਾਡੀ ਭੁਜਾਵਾਂ ਸੰਗਤ ਭੁਜਾਵਾਂ ਕਿਹੜੀਆਂ ਹੋ ਗਈਆਂ? EF ਤੇ FD। ਇਹਨਾਂ ਦੇ ਅੰਤਰਗਤ ਕੋਣ ਕਿਹੜਾ ਬਣ ਰਿਹਾ ਹੈ?
ਐਫ। ਤਾਂ मतलब ਸਾਨੂੰ ਹੋਰ ਕਿਹੜੀ ਸੂਚਨਾ ਦੀ ਲੋੜ ਪਏਗੀ? ਕੌਣ ਪੀ ਬਰਾਬਰ ਹੈ ਕੌਣ ਐਫ, ਕਿਉਂਕਿ ਸਾਡੇ ਕੋਲ ਪੀ ਕਿਊ ਹੈ ਜਿਹੜਾ ਉਹ ਐਫ ਈ ਦੇ ਬਰਾਬਰ ਹੈ ਤੇ ਆਰ ਪੀ ਹੈ ਜਿਹੜਾ ਉਹ ਡੀ ਐਫ ਦੇ ਬਰਾਬਰ ਹੈ। ਜੇਕਰ ਕੌਣ ਪੀ ਐਫ ਦੇ ਬਰਾਬਰ ਹੋਏ ਤਾਂ ਅਸੀਂ ਕਹਾਂਗੇ ਐਸ ਨਿਯਮ ਅਨੁਸਾਰ ਇਹ ਤ੍ਰਿਭੁਜਾਂ ਕੀ ਹੋਣਗੀਆਂ? ਸਰਬਾਂਗ ਸਮ ਹੋਣਗੀਆਂ। ਯਾਨੀ ਕਿ ਜਦੋਂ ਵੀ ਅਸੀਂ ਕਿਸੇ ਵੀ ਤ੍ਰਿਭੁਜਾਂ ਨੂੰ ਐਸ ਨਿਯਮ ਦੇ ਅਨੁਸਾਰ ਸਰਬਾਂਗ ਸਮ ਸਿੱਧ ਕਰਨਾ ਹੈ ਤਾਂ ਸਾਨੂੰ ਦੋ ਕੋਣ ਤੇ ਉਹਨਾਂ ਦੇ ਵਿਚਕਾਰਲੀ ਜਿਹੜੀ ਭੁਜਾ ਹੈ ਉਸ ਨੂੰ ਕੀ ਕਰਨਾ ਪਊਗਾ? ਬਰਾਬਰ ਕਰਨਾ ਪਏਗਾ। ਸਾਡਾ ਅਗਲਾ ਸਵਾਲ ਹੈ, ਤ੍ਰਿਭੁਜ ਦੇ ਜੋੜਿਆਂ ਦੇ ਕੁਝ ਭਾਗ ਮਾਪ ਅੰਕਿਤ ਕੀਤੇ ਗਏ ਹਨ। ਐਸ ਸਰਬਸੰਮਤਾ ਮਾਪਦੰਡ ਦਾ ਪ੍ਰਯੋਗ ਕਰਦੇ ਹੋਏ ਇਹਨਾਂ ਵਿੱਚੋਂ ਉਹ ਜੋੜੇ ਛਾਂਟੋ ਜੋ ਸਰਬਾਂਗ ਸਮ ਹਨ। ਸਰਬਾਂਗ ਸਮ ਤ੍ਰਿਭੁਜਾਂ ਦੀ ਸਥਿਤੀ ਵਿੱਚ ਉਹਨਾਂ ਨੂੰ ਸੰਕੇਤਿਕ ਭਾਸ਼ਾ ਦੇ ਵਿੱਚ ਵੀ ਲਿਖੋ। ਤਾਂ ਆਓ ਅਸੀਂ ਪਹਿਲੇ ਆਪਣੀ ਜਿਹੜੀ ਫਿਗਰ ਹੈ ਉਹਦੇ ਵੱਲ ਚੱਲਦੇ ਹਾਂ। ਸਾਨੂੰ ਦੋ ਤ੍ਰਿਭੁਜਾਂ ਦਿੱਤੀਆਂ ਗਈਆਂ ਹਨ। ਕਿਹੜੀ ਕਿਹੜੀ ਤ੍ਰਿਭੁਜ? ਤ੍ਰਿਭੁਜ ABC ਅਤੇ ਤ੍ਰਿਭੁਜ DEF ਦੇ ਵਿੱਚ ਜੇ ਅਸੀਂ ਦੇਖੀਏ ਤਾਂ AB ਜਿਹੜੀ ਭੁਜਾ ਹੈ ਉਹ DE ਦੇ ਬਰਾਬਰ ਹੈ, ਕਿਉਂਕਿ ਇਹ ਦੋਨੋਂ ਕਿੰਨੀਆਂ ਹਨ? 2.5 ਸੈਂਟੀਮੀਟਰ ਹਨ। ਇਸੇ ਤਰ੍ਹਾਂ ਸਾਡੇ ਕੋਲ AC ਭੁਜਾ ਹੈ ਜਿਹੜੀ ਉਹ DF ਦੇ ਬਰਾਬਰ ਹੈ, ਦੋਨੋਂ 2.8 ਸੈਂਟੀਮੀਟਰ ਦਿੱਤੀਆਂ ਗਈਆਂ ਹਨ। ਪਰ ਹੁਣ ਅੰਤਰਗਤ ਕੋਣ, ਇਹਨਾਂ ਭੁਜਾਵਾਂ ਦੇ ਵਿੱਚ ਅੰਤਰਗਤ ਕੋਣ ਕਿਹੜਾ ਬਣ ਰਿਹਾ? A। ਇਹਨਾਂ ਦੋਨੇ ਭੁਜਾਵਾਂ ਦੇ ਵਿੱਚ ਅੰਤਰਗਤ ਕੋਣ ਕਿਹੜਾ ਬਣ ਰਿਹਾ? D। ਪਰ ਕੋਣ A ਕਿੰਨਾ ਹੈ? 80 ਡਿਗਰੀ ਤੇ ਕੋਣ D ਕਿੰਨਾ ਹੈ? 70 ਡਿਗਰੀ। ਇਹਦਾ ਮਤਲਬ ਕੋਣ A ਬਰਾਬਰ ਨਹੀਂ ਹੈ ਕੋਣ D। ਤਾਂ ਐਸ ਸਰਬਸੰਮਤਾ ਦੇ ਨਿਯਮ ਅਨੁਸਾਰ ਇਹ ਤ੍ਰਿਭੁਜਾਂ ਸਰਬਾਂਗ ਸਮ ਨਹੀਂ ਹਨ, ਕਿਉਂਕਿ ਸਾਡੀਆਂ ਦੋ ਭੁਜਾਵਾਂ ਤੇ ਉਹਨਾਂ ਦਾ ਵਿਚਕਾਰਲਾ ਕੋਣ ਦੂਜੀ ਤ੍ਰਿਭੁਜ ਦੇ ਸੰਗਤ ਭੁਜਾਵਾਂ ਤੇ ਉਹਦੇ ਵਿਚਕਾਰਲੇ ਕੋਣ ਦੇ ਬਰਾਬਰ ਹੋਣਾ ਚਾਹੀਦਾ ਹੈ। ਪਰ ਇੱਥੇ ਕੋਣ ਬਰਾਬਰ ਨਹੀਂ ਹੈ ਤਾਂ ਤ੍ਰਿਭੁਜਾਂ ਸਰਬਾਂਗ ਸਮ ਨਹੀਂ ਹੈ। ਦੂਜੀ ਪਿਕਚਰ ਦੇ ਵੱਲ ਚੱਲਦੇ ਹਾਂ। ਹੁਣ ਇਹਦੇ ਵਿੱਚ ਸਾਡੇ ਕੋਲ AC ਹੈ ਜਿਹੜਾ ਤ੍ਰਿਭੁਜ ABC ਦੇ ਵਿੱਚ ਜਿਹੜਾ AC ਹੈ ਉਹ ਕਿਸ ਦੇ ਬਰਾਬਰ ਹੈ? ਸਾਡੇ ਕੋਲ RP ਦੇ। ਉਸ ਤੋਂ ਬਾਅਦ ਸਾਡੇ ਕੋਲ BC ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ? ਸਾਡੇ ਕੋਲ ਹਾਂਜੀ QP ਦੇ, ਕਿਉਂਕਿ ਜਿਹੜਾ AC ਹੈ ਉਹ ਵੀ 2.5 ਸੈਂਟੀਮੀਟਰ ਹੈ, RP ਵੀ 2.5 ਸੈਂਟੀਮੀਟਰ ਹੈ, BC ਵੀ ਸਾਡਾ 3 ਸੈਂਟੀਮੀਟਰ ਹੈ ਤੇ QP ਵੀ ਸਾਡਾ 3 ਸੈਂਟੀਮੀਟਰ ਹੈ। ਉਸ ਤੋਂ ਬਾਅਦ ਦੋ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਕੋਣ ਔਰ C ਬਣ ਰਿਹਾ ਹੈ ਤੇ ਇਸ ਸਾਈਡ ਅਗਰ ਅਸੀਂ ਦੇਖੀਏ ਤਾਂ ਅੰਤਰਗਤ ਕੋਣ ਕੀ ਹੈ? P। ਇਹਦਾ ਮਤਲਬ ਕੋਣ C ਵੀ 35 ਡਿਗਰੀ ਹੈ ਤੇ ਕੋਣ P ਵੀ 35 ਡਿਗਰੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਐਸ ਨਿਯਮ ਦੇ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹਨ? ਸਰਬਾਂਗ ਸਮ ਹਨ। ਹੁਣ ਅਸੀਂ ਕੀ ਹੈ ਸੰਕੇਤਿਕ ਰੂਪ ਦੇ ਵਿੱਚ ਲਿਖਣਾ ਹੈ। ਉਸ ਦੇ ਲਈ ਸਾਨੂੰ ਸੁਮੇਲ ਦੇਖਣਾ ਪੈਣਾ ਵੀ ਕਿਹੜਾ ਸਾਡੀ ਜਿਹੜਾ ਸਿਖਰ ਹੈ ਦੂਜੇ ਸਿਖਰ ਦੇ ਨਾਲ ਸੁਮੇਲ ਕਰਦਾ ਹੈ। ਤਾਂ ਅਸੀਂ ਦੇਖੀਏ ਤਾਂ ਇਸ ਕੋਣ ਤੋਂ ਤਾਂ ਸਾਨੂੰ ਸਾਫ਼ ਪਤਾ ਲੱਗ ਰਿਹਾ ਕਿ ਜਿਹੜਾ C ਹੈ ਉਸ ਦਾ ਸੁਮੇਲ ਕਿਸ ਦੇ ਨਾਲ ਹੈ? P ਦੇ ਨਾਲ। ਅਗਰ A ਦੀ ਗੱਲ ਕਰੀਏ C ਦਾ P ਨਾਲ ਤਾਂ A ਕਿਸ ਦੇ ਨਾਲ ਹੋ ਗਿਆ? R ਦੇ ਨਾਲ। ਤੇ ਬਾਕੀ ਬਚਿਆ B ਦਾ ਸੁਮੇਲ ਕਿਸ ਦੇ ਨਾਲ ਹੋਏਗਾ? Q ਦੇ ਨਾਲ। ਤਾਂ ਜੇਕਰ ਅਸੀਂ ਸੰਕੇਤਿਕ ਰੂਪ ਲਿਖਣਾ ਹੈ ਹੁਣ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ CAB ਹੈ ਜਿਹੜਾ ਸਰਬਾਂਗ ਸਮ ਹੈ ਤ੍ਰਿਭੁਜ PRQ। ਜੇ ਤੁਸੀਂ ਇੱਦਾਂ ਲਿਖਣਾ ਹੈ ABC ਸਰਬਾਂਗ ਸਮ ਹੈ ਤਾਂ A ਦੇ ਵਿੱਚ ਕੀ ਲਿਖਾਂਗੇ? R ਪਹਿਲਾਂ, B ਹੈ ਤਾਂ Q, C ਹੈ ਤਾਂ P। ਯਾਨੀ ਕਿ ਤੁਸੀਂ ਸੰਕੇਤਿਕ ਰੂਪ ਜਿਹੜਾ ਮਰਜ਼ੀ ਲਿਖ ਸਕਦੇ ਹੋ, ਪਰ ਜਿਹੜੀਆਂ ਸਿਖਰਾਂ ਦੀਆਂ ਪੋਜੀਸ਼ਨਾਂ ਹਨ ਉਹ ਕੀ ਹੋਣੀਆਂ ਚਾਹੀਦੀਆਂ? ਸੇਮ ਹੋਣੀਆਂ ਚਾਹੀਦੀਆਂ ਹਨ। ਅਗਰ ਅਸੀਂ ਦੇਖੀਏ ਦੇਖੋ AC ਤਾਂ AC ਇੱਧਰ ਕੀ ਆ ਗਿਆ? RP। ਤਾਂ ਜਿਹੜਾ ਸੰਕੇਤਿਕ ਰੂਪ ਹੈ ਤੁਹਾਡਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਜੇਕਰ ਸੰਕੇਤਿਕ ਰੂਪ ਸਹੀ ਹੋਏਗਾ ਤਾਂ ਹੀ ਤੁਸੀਂ ਦੋਨੇ ਤ੍ਰਿਭੁਜਾਂ ਨੂੰ ਸਰਬਾਂਗ ਸਮ ਕਹਿ ਸਕਦੇ ਹੋ। ਤੀਜੇ ਪਾਰਟ ਦੀ ਗੱਲ ਕਰਦੇ ਹਾਂ। ਤੀਜੇ ਪਾਰਟ ਦੇ ਵਿੱਚ ਸਾਡੇ ਕੋਲ ਤ੍ਰਿਭੁਜ DEF ਅਤੇ ਤ੍ਰਿਭੁਜ PRQ ਵਿੱਚ ਆਓ ਦੇਖੀਏ ਕਿਹੜੇ ਕਿਹੜੇ ਭਾਗ ਬਰਾਬਰ ਹੈਗੇ। ਤਾਂ ਦੇਖੀਏ ਤਾਂ DF ਹੈ ਜਿਹੜਾ ਉਹ 3.5 ਸੈਂਟੀਮੀਟਰ ਹੈ ਤੇ ਇਸ ਸਾਈਡ ਕੀ ਹੈ ਸਾਡੇ ਕੋਲ? QP। ਇਹ ਵੀ ਕਿੰਨਾ ਸਾਡੇ ਕੋਲ?
3.5 ਸੈਂਟੀਮੀਟਰ ਹੈ, ਯਾਨੀ ਕਿ PQ 3.5 ਸੈਂਟੀਮੀਟਰ। ਫਿਰ ਸਾਡੇ ਕੋਲ EF ਹੈ ਜਿਹੜਾ 3 ਸੈਂਟੀਮੀਟਰ ਹੈ। ਇਸ ਸਾਈਡ ਸਾਡੇ ਕੋਲ QR ਕਿੰਨਾ ਹੈ 3 ਸੈਂਟੀਮੀਟਰ ਹੈ। ਤਾਂ ਇਸ ਦਾ ਮਤਲਬ RQ ਹੈ ਜਿਹੜਾ ਸਾਡਾ ਉਹ ਕਿੰਨਾ ਹੈ 3 ਸੈਂਟੀਮੀਟਰ। ਹੁਣ ਭੁਜਾਵਾਂ ਤੇ ਉਹਨਾਂ ਦਾ ਵਿਚਕਾਰਲਾ ਕੋਣ 40 ਡਿਗਰੀ, ਭੁਜਾਵਾਂ ਤੇ ਉਹਨਾਂ ਦੇ ਵਿਚਕਾਰਲਾ ਕੋਣ 40 ਡਿਗਰੀ। ਇਹਦਾ ਮਤਲਬ ਕੋਣ F ਹੈ ਜਿਹੜਾ ਉਹ ਕੋਣ Q ਦੇ ਬਰਾਬਰ ਹੈ। ਦੋਨੋਂ ਕਿੰਨੇ ਹਨ 40 ਡਿਗਰੀ ਦੇ। ਤਾਂ SAS ਨਿਯਮ ਦੇ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਬਾਂਗ ਸਮ ਹੋਣਗੀਆਂ। ਹੁਣ ਸਰਬਾਂਗ ਸਮ ਦਾ ਤਾਂ ਅਸੀਂ ਨਿਯਮ ਲਿਖਣਾ ਹੈ, ਸੰਕੇਤਿਕ ਰੂਪ ਦੇ ਵਿੱਚ ਲਿਖਣਾ ਹੈ। ਫਿਰ ਉਹੀ F ਦਾ ਸਾਡੇ ਕੋਲ Q, ਹਾਂਜੀ ਅਗਰ ਅਸੀਂ D ਦਾ ਦੇਖੀਏ ਤਾਂ ਸਾਡੇ ਕੋਲ ਕੀ ਹੋਏਗਾ P, ਕਿਉਂਕਿ D ਦਾ P ਹੋ ਗਿਆ। ਉਸ ਤੋਂ ਬਾਅਦ ਸਾਡੇ ਕੋਲ E ਦਾ ਕੀ ਹੋ ਗਿਆ R। ਤਾਂ ਅਸੀਂ ਸੰਕੇਤਿਕ ਰੂਪ ਲਿਖ ਸਕਦੇ ਹਾਂ ਕਿ ਤ੍ਰਿਭੁਜ FDE ਸਰਬਾਂਗ ਸਮ ਹੈ ਤ੍ਰਿਭੁਜ QPR। ਤੁਸੀਂ ਨਿਯਮ ਆਪਣੇ ਕੋਲ ਤੋਂ ਵੀ ਬਣਾ ਸਕਦੇ ਹੋ ਸੰਕੇਤਿਕ ਨਿਯਮ। ਹੋਰ ਕੀ ਲਿਖ ਸਕਦੇ ਹੋ, ਅਗਰ ਅਸੀਂ ਸੀਰੀ ਰੋਡ 'ਚ ਲਿਖਣਾ ਹੈ ਤਾਂ DEF ਸਰਬਾਂਗ ਸਮ ਹੈ ਸਾਡੇ ਕੋਲ PRQ। ਸਾਡਾ ਅਗਲਾ ਸਵਾਲ ਹੈ, ਹੁਣ ਇਸ ਦੇ ਵਿੱਚ ਸਾਡੇ ਕੋਲ ਦੋਨੋਂ ਜਿਹੜੀਆਂ ਫਿਗਰ ਹਨ ਟ੍ਰਾਇੰਗਲ ਹਨ ਉਹ ਇੱਕੇ ਪਿਕਚਰ ਦੇ ਵਿੱਚ ਦਿੱਤੀਆਂ ਗਈਆਂ ਹਨ। ਆਓ ਅਸੀਂ ਉਹਨਾਂ ਨੂੰ ਪਹਿਲਾਂ ਅਲੱਗ-ਅਲੱਗ ਕਰ ਲਈਏ। ਸਾਡੀ ਪਹਿਲੀ ਹੈ PQR ਤੇ ਦੂਜੀ ਹੈ PSR। ਕੋਣ ਸਾਡਾ ਇਹ 30 ਡਿਗਰੀ ਹੈ, ਇਸ ਸਾਈਡ ਇਹ ਕੋਣ 30 ਡਿਗਰੀ ਹੈ 3.5 ਸੈਂਟੀਮੀਟਰ ਤੇ ਇਹ 3.5 ਸੈਂਟੀਮੀਟਰ। ਦੋਨੋਂ ਤ੍ਰਿਭੁਜਾਂ ਦੇ ਵਿੱਚ PQ ਬਰਾਬਰ ਹੈ SR, ਦੋਨੋਂ 3.5 ਸੈਂਟੀਮੀਟਰ। PR ਦੋਨੋਂ ਵਿੱਚ ਕੀ ਹੈ ਸਾਂਝੀ ਭੁਜਾ ਹੈ। ਸਾਨੂੰ ਮਾਪ ਤਾਂ ਦਿੱਤਾ ਨਹੀਂ ਪਰ ਸਾਡੇ ਕੋਲ ਕੀ ਹੈ ਸਾਂਝੀ ਭੁਜਾ, ਇਸ ਕਰਕੇ ਬਰਾਬਰ ਹੋਏਗੀ। ਤਾਂ ਸਾਡੇ ਕੋਲ ਭੁਜਾਵਾਂ ਤੇ ਅੰਤਰਗਤ ਕੋਣ ਦੋਨਾਂ ਦੇ ਵਿੱਚ ਕਿੰਨਾ 30 ਡਿਗਰੀ ਦਾ, ਯਾਨੀ ਕੋਣ R ਬਰਾਬਰ ਹੈ ਕੋਣ P, ਦੋਨੋਂ ਕੀ ਹੈ ਸਾਡੇ ਕੋਲ 30 ਡਿਗਰੀ। ਤਾਂ ਇਹਦਾ ਮਤਲਬ SAS ਨਿਯਮ ਦੇ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਬਾਂਗ ਸਮ ਹੋਣਗੀਆਂ। ਔਰ ਇਸ ਦਾ ਜਿਹੜਾ ਸੰਕੇਤਿਕ ਰੂਪ ਹੈ ਇਹ ਹੁਣ ਤੁਸੀਂ ਆਪ ਲਿਖਣਾ ਹੈ ਤੇ ਆਪਣੇ ਟੀਚਰਸ ਨੂੰ ਚੈੱਕ ਕਰਾਉਣਾ ਹੈ ਕਿ ਤੁਸੀਂ ਇਸਦਾ ਸੰਕੇਤਿਕ ਰੂਪ ਠੀਕ ਲਿਖਿਆ ਹੈ ਜਾਂ ਨਹੀਂ। ਤਾਂ ਪਿਆਰੇ ਬੱਚਿਓ, ਅੱਜ ਅਸੀਂ ਦੂਜੇ ਨਿਯਮ ਦੇ ਅਨੁਸਾਰ ਜਿਹੜੇ ਆਪਣੇ ਸਵਾਲ ਸੀ ਉਹ ਕਰੇ ਸੀ ਤੇ ਅਗਲੇ ਲੈਕਚਰ ਦੇ ਵਿੱਚ ਅਸੀਂ ਇਸ ਸਰਬਸੰਮਤਾ ਦੇ ਟੌਪਿਕ ਨੂੰ ਕੰਟੀਨਿਊ ਰੱਖਾਂਗੇ। ਧੰਨਵਾਦ।